ਅੱਜ ਆਓ ਅਸੀਂ ਗਲਤ ਫੈਸਲਾ ਅਤੇ ਸਦੀਪਕ ਪਛਤਾਵਾ ਉਪਦੇਸ਼ ਸਿਰਲੇਖ ਨਾਲ ਬਾਈਬਲ ਵਿੱਚ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਇਸ ਦੁਨੀਆ ਵਿੱਚ ਆਪਣਾ ਜੀਵਨ ਜਿਉਣ ਦੇ ਦੌਰਾਨ ਅਸੀਂ ਕਈ ਵਾਰ ਗਲਤ ਫੈਸਲਾ ਲੈਂਦੇ ਹਾਂ ਜਿਸ ਨਾਲ ਸਾਨੂੰ ਪਛਤਾਉਣਾ ਪੈਂਦਾ ਹੈ। ਜੇਕਰ ਕੋਈ ਗਲਤ ਫੈਸਲਾ ਸਰੀਰਕ ਮਾਮਲਿਆਂ ਨਾਲ ਸੰਬੰਧਿਤ ਹੈ ਤਦ ਇਸ ਦਾ ਨਤੀਜਾ ਅਸਥਾਈ ਅਤੇ ਥੋੜੇ ਚਿਰ ਦਾ ਪਛਤਾਵਾ ਹੋ ਸਕਦਾ ਹੈ। ਪਰ ਜੇਕਰ ਕੋਈ ਗਲਤ ਫੈਸਲਾ ਕਿਸੇ ਆਤਮਿਕ ਮਾਮਲੇ ਨਾਲ ਸੰਬੰਧਿਤ ਹੈ ਤਦ ਇਹ ਇੱਕ ਸਦੀਪਕ ਪਛਤਾਵੇ ਦਾ ਨਤੀਜਾ ਲਿਆ ਸਕਦਾ ਹੈ ਅਤੇ ਸਾਡੇ ਚਾਰੋਂ ਪਾਸੇ ਸਦਾ ਲਈ ਬਣਿਆ ਰਹਿ ਸਕਦਾ ਹੈ, ਭਾਵੇਂ ਉਹ ਫੈਸਲਾ ਕਿੰਨਾ ਵੀ ਮਾਮੂਲੀ ਕਿਉਂ ਨਾ ਹੋਵੇ। ਇਸ ਦੇ ਦੁਆਰਾ ਅਸੀਂ ਇੱਕ ਵਾਰ ਫਿਰ ਇਹ ਮਹਿਸੂਸ ਕਰ ਸਕਦੇ ਹਾਂ ਕਿ ਸਾਡਾ ਹਰ ਕੰਮ, ਸਾਡਾ ਹਰ ਫੈਸਲਾ ਅਤੇ ਅਸੀਂ ਜੋ ਵੀ ਸ਼ਬਦ ਕਹਿੰਦੇ ਹਾਂ ਉਹ ਬਹੁਤ ਮਹੱਤਵਪੂਰਨ ਹੈ। ਆਓ ਅਸੀਂ ਇਹ ਦੇਖਣ ਲਈ ਖੁਦ ਉੱਤੇ ਵਿਚਾਰ ਕਰਨ ਦਾ ਕੁਝ ਸਮਾਂ ਲਈਏ ਕਿ ਅਸੀਂ ਜੋ ਸ਼ਬਦ ਹਲਕੇ ਤਰੀਕੇ ਨਾਲ ਕਹਿੰਦੇ ਹਾਂ, ਜੋ ਕੰਮ ਅਸੀਂ ਲਾਪਰਵਾਹੀ ਨਾਲ ਕਰਦੇ ਹਾਂ ਅਤੇ ਸਾਡਾ ਉਦਾਸਹੀਨ ਰਵੱਈਆ ਉਹ ਸਾਨੂੰ ਭਵਿੱਖ ਵਿੱਚ ਆਤਮਿਕ ਦੁਨੀਆ ਵਿੱਚ ਸਦੀਪਕ ਪਛਤਾਵੇ ਵੱਲ ਤਾਂ ਨਹੀਂ ਲੈ ਜਾ ਰਿਹਾ। ਮੈਂ ਪਿਛਲੇ ਸਬਤ ਦੇ ਦਿਨ ਸਵਰਗੀ ਮਾਤਾ ਨਾਲ ਬੁਸਾਨ ਖੇਤਰ ਦਾ ਦੌਰਾ ਕੀਤਾ ਸੀ। ਬੁਸਾਨ ਜਾਣ ਦੇ ਰਸਤੇ ਵਿੱਚ ਅਸੀਂ ਸੜਕ ਦੇ ਕੰਢੇ ਇੱਕ ਨਾਰੇ ਨਾਲ ਇੱਕ ਸੰਕੇਤ ਦੇਖਿਆ, ਜੇਕਰ ਤੁਸੀਂ ਇੱਕ ਪਲ ਲਈ ਵੀ ਸੋ ਜਾਓ ਤਾਂ ਤੁਸੀਂ ਜੀਵਨ ਭਰ ਪਛਤਾਓਗੇ, ਕਿਉਂਕਿ ਸੁਸਤੀ ਦੇ ਕਾਰਨ ਤੁਸੀਂ ਜੀਵਨ ਭਰ ਪਛਤਾ ਸਕਦੇ ਹੋ। ਤਦ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹਿਣ ਲਈ ਚੇਤਾਵਨੀ ਦੇਣ ਲਈ ਨਿਸ਼ਾਨ ਪੋਸਟ ਕੀਤਾ ਗਿਆ ਸੀ। ਸੜਕ ਦੇ ਕੰਢੇ ਉਸ ਨਿਸ਼ਾਨ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਅਸੀਂ ਇਸ ਨਾਰੇ ਨੂੰ ਆਤਮਿਕ ਰੂਪ ਨਾਲ ਲਾਗੂ ਕਰ ਸਕਦੇ ਹਾਂ। ਮੈਂ ਮਨ ਹੀ ਮਨ ਸੋਚਿਆ, ਆਤਮਿਕ ਰੂਪ ਨਾਲ ਥੋੜੇ ਸਮੇਂ ਦੀ ਸੁਸਤੀ ਸਾਨੂੰ ਨਾ ਸਿਰਫ ਇਸ ਜੀਵਨ ਭਰ ਲਈ ਪਛਤਾਉਣ ਦੇਵੇਗੀ ਬਲਕਿ ਸਦੀਪਕ ਪਛਤਾਵਾ ਦੇਵੇਗੀ। ਜਿਨ੍ਹਾਂ ਲੋਕਾਂ ਨੂੰ ਪਛਤਾਵਾ ਹੋਇਆ ਉਹਨਾਂ ਵਿੱਚੋਂ ਯਹੂਦਾ ਇਸਕਰਿਓਤੀ, ਰਾਜਾ ਸ਼ਾਉਲ ਜੋ ਇਜ਼ਰਾਈਲ ਦਾ ਪਹਿਲਾ ਰਾਜਾ ਸੀ ਅਤੇ ਏਸਾਓ ਹੈ, ਉਹਨਾਂ ਨੇ ਇੱਕ ਮਹੱਤਵਪੂਰਨ ਕੜੀ ਵਿੱਚ ਗਲਤ ਫੈਸਲਾ ਲਿਆ। ਆਤਮਿਕ ਨਜ਼ਰੀਏ ਤੋਂ ਇੱਕ ਪਲ ਦੀ ਸਮੱਸਿਆ ਦੇ ਕਾਰਨ ਉਹਨਾਂ ਨੇ ਗਲਤ ਫੈਸਲਾ ਦਾ ਨਤੀਜਾ ਸਦੀਪਕ ਪਛਤਾਵਾ ਹੋਇਆ। ਅੰਤ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੇ ਤਰਸਯੋਗ ਨਤੀਜੇ ਦਾ ਸਾਹਮਣਾ ਕਰਨਾ ਪਿਆ। ਏਸਾਓ ਥੋੜੇ ਸਮੇਂ ਲਈ ਆਪਣੀ ਭੁੱਖ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਆਸਾਨੀ ਨਾਲ ਆਪਣਾ ਜਨਮ ਸਿੱਧ ਅਧਿਕਾਰ ਯਾਕੂਬ ਨੂੰ ਵੇਚ ਦਿੱਤਾ। ਉਹ ਦਿਹਾੜਾ ਮਾਰ ਕੇ ਰੋਇਆ ਅਤੇ ਜੀਵਨ ਭਰ ਉਸ ਨੂੰ ਆਪਣੇ ਫੈਸਲੇ ਉੱਤੇ ਪਛਤਾਵਾ ਹੋਇਆ। ਨਤੀਜੇ ਵਜੋਂ ਆਪਣੇ ਬਾਕੀ ਜੀਵਨ ਵਿੱਚ ਏਸਾਓ ਦੇ ਮਨ ਵਿੱਚ ਯਾਕੂਬ ਪ੍ਰਤੀ ਦੁਸ਼ਮਣੀ ਦੀ ਭਾਵਨਾ ਸੀ। ਇਸ ਤਰ੍ਹਾਂ ਆਤਮਿਕ ਰੂਪ ਨਾਲ ਜਾਗਰੂਕ ਨਾ ਹੋਣ ਨਾਲ ਲੋਕ ਗਲਤ ਫੈਸਲਾ ਲੈ ਸਕਦੇ ਹਨ ਜਿਸ ਨਾਲ ਉਹਨਾਂ ਨੂੰ ਸਦਾ ਲਈ ਪਛਤਾਉਣਾ ਪੈਂਦਾ ਹੈ। ਜੋ ਲੋਕ ਆਤਮਿਕ ਰੂਪ ਨਾਲ ਸੁਸਤ ਹੁੰਦੇ ਹਨ ਉਹ ਮੂਰਖਤਾ ਨਾਲ ਵਿਵਹਾਰ ਕਰਦੇ ਹਨ। ਜੋ ਲੋਕ ਆਤਮਿਕ ਰੂਪ ਨਾਲ ਸੁਸਤ ਹੁੰਦੇ ਹਨ ਉਹਨਾਂ ਦੀ ਸੋਚ ਅਲੱਗ ਹੈ। ਜੋ ਲੋਕ ਆਤਮਿਕ ਰੂਪ ਨਾਲ ਸੁਸਤ ਹੁੰਦੇ ਹਨ ਉਹ ਲਾਪਰਵਾਹ ਸ਼ਬਦਾਂ ਦੀ ਵਰਤੋਂ ਕਰਦੇ ਹਨ ਅਤੇ ਸੰਸਾਰਿਕ ਇੱਛਾਵਾਂ ਰੱਖਦੇ ਹਨ। ਉਹ ਆਤਮਿਕ ਅਤੇ ਸਵਰਗੀ ਚੀਜ਼ਾਂ ਦੀ ਬਜਾਏ ਸਰੀਰਕ ਅਤੇ ਸੰਸਾਰਿਕ ਚੀਜ਼ਾਂ ਉੱਤੇ ਧਿਆਨ ਕੇਂਦਰਿਤ ਕਰਦੇ ਹਨ। ਸੁਸਤੀ ਸਿਰਫ ਇੱਕ ਪਲ ਲਈ ਰਹਿੰਦੀ ਹੈ ਪਰ ਪਛਤਾਵੇ ਦਾ ਸਮਾਂ ਬਹੁਤ ਲੰਬੇ ਸਮੇਂ ਤੱਕ ਰਹੇਗਾ। ਅਸੀਂ ਕਿਰਪਾਪੂਰਨ ਰੂਪ ਨਾਲ ਉਸ ਖੁਸ਼ਖਬਰੀ ਦੇ ਰਸਤੇ ਉੱਤੇ ਚੱਲ ਰਹੇ ਹਾਂ ਜਿਸ ਉੱਤੇ ਸਾਡੇ ਪਰਮੇਸ਼ਵਰ ਸਾਡੀ ਅਗਵਾਈ ਕਰ ਰਹੇ ਹਨ। ਤਦ ਕਿ ਸਾਨੂੰ ਖੁਸ਼ਖਬਰੀ ਦੇ ਰਸਤੇ ਉੱਤੇ ਨਹੀਂ ਚੱਲਣਾ ਚਾਹੀਦਾ ਤਾਂ ਜੋ ਸਾਨੂੰ ਕੋਈ ਪਛਤਾਵਾ ਨਾ ਹੋਵੇ। ਮਸੀਹ ਦਾ ਰਸਤਾ ਸਾਨੂੰ ਕਦੇ ਵੀ ਕੋਈ ਪਛਤਾਵਾ ਨਹੀਂ ਦਿੰਦਾ। ਪਰ ਜੇਕਰ ਅਸੀਂ ਮਸੀਹ ਦੇ ਰਸਤੇ ਦਾ ਪਿੱਛਾ ਕਰਨ ਅਤੇ ਮਸੀਹ ਦਾ ਜੀਵਨ ਜਿਉਣ ਵਿੱਚ ਅਸਫਲ ਰਹਿੰਦੇ ਹਾਂ ਤਦ ਭਵਿੱਖ ਵਿੱਚ ਸਾਡੇ ਕੋਲ ਬਹੁਤ ਸਾਰੇ ਪਛਤਾਵੇ ਹੋਣਗੇ। ਅੱਜ ਆਓ ਅਸੀਂ ਉਤਪਤ ਅਧਿਆਇ 25 ਵਿੱਚ ਅਜਿਹੇ ਦ੍ਰਿਸ਼ਾਂ ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਉਤਪਤ ਅਧਿਆਇ 25 ਵਚਨ 27 ਉੱਤੇ ਜਾਈਏ। ਅਧਿਆਇ 25 ਵਚਨ 27 ਵਿੱਚ ਲਿਖਿਆ ਹੈ, ਉਹ ਮੁੰਡੇ ਵੱਡੇ ਹੋਏ ਅਤੇ ਏਸਾਓ ਸਿਆਣਾ ਸ਼ਿਕਾਰੀ ਸੀ ਅਰ ਰੜ ਵਿੱਚ ਰਹਿਣ ਵਾਲਾ ਸੀ ਅਰ ਯਾਕੂਬ ਭੋਲਾ ਭਾਲਾ ਅਰ ਤੰਬੂਆਂ ਵਿੱਚ ਟਿਕਣ ਵਾਲਾ ਸੀ। ਇਸਾਕ ਏਸਾਓ ਨੂੰ ਪਿਆਰ ਕਰਦਾ ਸੀ ਕਿਉਂ ਜੋ ਉਹ ਸ਼ਿਕਾਰ ਉਹਦੇ ਮੂੰਹ ਪਾਉਂਦਾ ਸੀ, ਪਰ ਰਿਬਕਾ ਯਾਕੂਬ ਨੂੰ ਪਿਆਰ ਕਰਦੀ ਸੀ।
ਤਾਂ ਯਾਕੂਬ ਦਾਲ ਪਕਾਈ ਅਰ ਐਸਾਓ ਰੜ ਵਿੱਚੋਂ ਥੱਕਿਆ ਹੋਇਆ ਆਇਆ ਅਤੇ ਐਸਾਓ ਨੇ ਯਾਕੂਬ ਨੂੰ ਆਖਿਆ, ਇਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਦੇ, ਕਿਉਂ ਜੋ ਮੈਂ ਥੱਕਿਆ ਹੋਇਆ ਹਾਂ। ਇਸੇ ਕਾਰਨ ਉਸ ਦਾ ਨਾਮ ਅਦੋਮ ਪੈ ਗਿਆ। ਯਾਕੂਬ ਨੇ ਆਖਿਆ, ਤੂੰ ਅੱਜ ਆਪਣੇ ਜੇਠੇ ਹੋਣ ਦੇ ਹੱਕ ਨੂੰ ਮੇਰੇ ਕੋਲ ਵੇਚ ਦੇ। ਤਾਂ ਐਸਾਓ ਆਖਿਆ, ਵੇਖ ਮੈਂ ਮਰ ਰਿਹਾ ਹਾਂ, ਇਹ ਜੇਠਾ ਹੋਣਾ ਮੇਰੇ ਕਿਸ ਕੰਮ ਦਾ ਹੈ। ਤਾਂ ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲ ਸਹੁੰ ਖਾ। ਤਾਂ ਉਹ ਸਹੁੰ ਖਾਧੀ ਅਰ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਕੋਲ ਵੇਚ ਦਿੱਤਾ। ਤਾਂ ਯਾਕੂਬ ਨੇ ਐਸਾਓ ਨੂੰ ਰੋਟੀ ਅਰ ਦਾਲ ਦਿੱਤੀ ਅਰ ਉਸਨੇ ਖਾਧਾ ਪੀਤਾ ਤੇ ਉੱਠ ਕੇ ਆਪਣੇ ਰਾਹ ਪਿਆ। ਐਵੇਂ ਐਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ। ਇੱਕ ਪਲ ਵਿੱਚ ਐਸਾਓ ਨੇ ਆਪਣਾ ਪਹਿਲੋਠੇ ਦਾ ਅਧਿਕਾਰ ਵੇਚ ਦਿੱਤਾ। ਅੰਤ ਵਿੱਚ ਉਹ ਇਸ ਫੈਸਲੇ ਉੱਤੇ ਦੁਖੀ ਹੋਇਆ ਅਤੇ ਦਿਹਾੜਾ ਮਾਰ-ਮਾਰ ਰੋਇਆ। ਜਦੋਂ ਯਾਕੂਬ ਨੂੰ ਪਹਿਲੋਠੇ ਦੀ ਪਰਮੇਸ਼ਵਰ ਦੀ ਸਾਰੀਆਂ ਆਸ਼ੀਸ਼ਾਂ ਮਿਲੀਆਂ ਤਾਂ ਐਸਾਓ ਨੇ ਆਪਣੇ ਪਿਤਾ ਇਸਾਕ ਤੋਂ ਪੁੱਛਿਆ ਕਿ ਤੁਸੀਂ ਯਾਕੂਬ ਨੂੰ ਇਹ ਸਾਰੀਆਂ ਆਸ਼ੀਸ਼ਾਂ ਦਿੱਤੀਆਂ ਜੋ ਤੁਸੀਂ ਮੈਨੂੰ ਦੇਣ ਦੀ ਇੱਛਾ ਕੀਤੀ ਸੀ। ਜੇਕਰ ਥੋੜੀ ਜਿਹੀ ਵੀ ਆਸ਼ੀਸ਼ ਬਚੀ ਹੋਵੇ ਤਦ ਕਿਰਪਾ ਮੈਨੂੰ ਦੇ ਦਿਓ। ਉਸ ਦੇ ਪਿਤਾ ਨੇ ਯਾਕੂਬ ਨੂੰ ਪਹਿਲੋਠੇ ਦੀਆਂ ਆਸ਼ੀਸ਼ਾਂ ਦਿੱਤੀਆਂ। ਉਹ ਆਸ਼ੀਸ਼ਾਂ ਜੋ ਏਸਾਓ ਲਈ ਰੱਖੀਆਂ ਸੀ, ਕਿਉਂਕਿ ਏਸਾਓ ਨਾ ਤਾਂ ਥੋੜੀ ਦੇਰ ਦੀ ਭੁੱਖ ਅਤੇ ਨਾ ਹੀ ਥੋੜੀ ਪੀੜਾ ਨੂੰ ਸਹਿਨ ਕਰ ਸਕਿਆ ਅਤੇ ਉਸਨੇ ਆਪਣੇ ਪਹਿਲੋਠੇ ਦਾ ਅਧਿਕਾਰ ਵੇਚ ਦਿੱਤਾ। ਨਤੀਜੇ ਵਜੋਂ ਏਸਾਓ ਬਹੁਤ ਬੇਚੈਨ ਸੀ। ਏਸਾਓ ਨੇ ਯਾਕੂਬ ਤੋਂ ਸਹੁੰ ਖਾ ਕੇ ਆਪਣਾ ਪਹਿਲੋਠੇ ਦਾ ਅਧਿਕਾਰ ਉਸ ਨੂੰ ਵੇਚ ਦਿੱਤਾ। ਬਾਈਬਲ ਵਿੱਚ ਇਹ ਦਰਜ ਹੈ ਕਿ ਏਸਾਓ ਨੇ ਆਪਣੇ ਪਹਿਲੋਠੇ ਦੇ ਅਧਿਕਾਰ ਨੂੰ ਮਾਮੂਲੀ ਜਾਣਿਆ। ਉਸੇ ਤਰ੍ਹਾਂ ਅਸੀਂ ਵੀ ਗਲਤ ਫੈਸਲਾ ਲੈ ਸਕਦੇ ਹਾਂ, ਗਲਤ ਫੈਸਲੇ ਕਰ ਸਕਦੇ ਹਾਂ ਅਤੇ ਅਯੋਗ ਕੰਮ ਕਰ ਸਕਦੇ ਹਾਂ। ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ। ਸਾਡੇ ਵਿੱਚੋਂ ਹਰੇਕ ਨੂੰ ਆਪਣੇ ਜੀਵਨ ਕਾਲ ਵਿੱਚ ਅਸਥਾਈ ਮੁਸ਼ਕਿਲਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਰੀਆਂ ਚੀਜ਼ਾਂ ਹਨ ਜੋ ਸਾਡੇ ਨਾਲ ਹੋ ਸਕਦੀਆਂ ਹਨ। ਹਾਲਾਂਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਪਲ ਵਿੱਚ ਅਸੀਂ ਜੋ ਗਲਤੀ ਕਰਦੇ ਹਾਂ ਉਹ ਸਾਨੂੰ ਸਦੀਪਕ ਕਾਲ ਤੱਕ ਰਹਿਣ ਵਾਲੇ ਪਛਤਾਵੇ ਵਾਲੇ ਲਿਜਾ ਸਕਦੀ ਹੈ। ਸਾਨੂੰ ਇੰਨੀ ਆਸਾਨੀ ਨਾਲ ਹਾਰ ਨਹੀਂ ਮੰਨਣੀ ਚਾਹੀਦੀ ਜਾਂ ਸਵਰਗੀ ਵਿਰਾਸਤ ਅਤੇ ਸਵਰਗ ਦੀ ਵਡਿਆਈ ਨੂੰ ਨਹੀਂ ਛੱਡਣਾ ਚਾਹੀਦਾ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ। ਇਸ ਲਈ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਸਾਡੇ ਸ਼ਬਦ, ਕੰਮ ਅਤੇ ਵਿਵਹਾਰ ਸਾਰੇ ਬਹੁਤ ਮਹੱਤਵਪੂਰਨ ਹਨ। ਵਰਤਮਾਨ ਵਿੱਚ ਅਸੀਂ ਜਿਸ ਰਸਤੇ ਉੱਤੇ ਚੱਲ ਰਹੇ ਹਾਂ ਉਹ ਆਤਮਿਕ ਜੰਗਲ ਦੀ ਯਾਤਰਾ ਵਾਂਗ ਹੈ। ਜਦੋਂ ਅਸੀਂ 3500 ਸਾਲ ਪਹਿਲਾਂ ਜੰਗਲ ਵਿੱਚ ਰਹਿਣ ਵਾਲੇ ਇਜ਼ਰਾਈਲੀਆਂ ਦੇ ਇਤਿਹਾਸ ਨੂੰ ਦੇਖਦੇ ਹਾਂ ਤਦ ਅਸੀਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਦੇਖ ਸਕਦੇ ਹਾਂ ਜੋ ਜੀਵਨ ਭਰ ਪਛਤਾਵੇ ਨਾਲ ਰਹੇ। ਥੋੜੇ ਚਿਰ ਦੀ ਭੁੱਖ, ਥੋੜੇ ਚਿਰ ਦੀ ਪਿਆਸ ਅਤੇ ਆਲੇ ਦੁਆਲੇ ਦੇ ਅਸਹਿਜ ਵਾਤਾਵਰਣ ਨੇ ਉਹਨਾਂ ਨੂੰ ਸ਼ਿਕਾਇਤ ਕਰਵਾਈ ਅਤੇ ਉਹਨਾਂ ਨੂੰ ਅਜਿਹਾ ਨਿਰਣਾ ਲੈਣਾ ਪਿਆ ਜਿਸ ਨਾਲ ਉਹਨਾਂ ਨੂੰ ਜੀਵਨ ਭਰ ਪਛਤਾਉਣਾ ਪਿਆ। ਅੰਤ ਵਿੱਚ ਉਹਨਾਂ ਦੇ ਫੈਸਲਿਆਂ ਅਤੇ ਉਹਨਾਂ ਦੇ ਨਿਰਣੇ ਦੀ ਕਮੀ ਨੇ ਜੰਗਲ ਵਿੱਚ ਵਿਨਾਸ਼ ਵਿੱਚ ਉਹਨਾਂ ਦੀ ਅਗਵਾਈ ਕੀਤੀ। ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 10 ਉੱਤੇ ਜਾਈਏ। ਪਹਿਲਾ ਕੁਰਿੰਥੀਓ ਅਧਿਆਇ 10 ਵਚਨ 1 ਵਿੱਚ ਲਿਖਿਆ ਹੈ, ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਭਈ ਸਾਡੇ ਪਿਓ ਦਾਦੇ ਬੱਦਲ ਦੇ ਹੇਠ ਸਨ ਅਤੇ ਉਹ ਸਭੇ ਸਮੁੰਦਰ ਦੇ ਵਿੱਚੋਂ ਦੀ ਲੰਘੇ ਅਤੇ ਸਭਨਾਂ ਨੇ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ। ਸਭਨਾਂ ਨੇ ਇੱਕੋ ਆਤਮਿਕ ਭੋਜਨ ਖਾਧਾ ਅਤੇ ਸਭਨਾਂ ਨੇ ਇੱਕੋ ਆਤਮਿਕ ਜਲ ਪੀਤਾ, ਕਿਉਂ ਜੋ ਉਹਨਾਂ ਨੇ ਉਸ ਆਤਮਿਕ ਪੱਥਰ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਮਗਰ ਚੱਲਦਾ ਸੀ ਅਤੇ ਉਹ ਪੱਥਰ ਮਸੀਹ ਸੀ। ਪਰੰਤੂ ਪਰਮੇਸ਼ਰ ਉਹਨਾਂ ਵਿੱਚੋਂ ਬਾਹਲਿਆਂ ਨਾਲ ਪ੍ਰਸੰਨ ਨਹੀਂ ਸੀ, ਸੋ ਉਹ ਉਜਾੜ ਵਿੱਚ ਢਹਿ ਪਏ। ਅਜਿਹਾ ਕਿਉਂ ਹੈ ਕਿ ਪਰਮੇਸ਼ਰ ਜੰਗਲ ਵਿੱਚ ਇਜ਼ਰਾਈਲੀਆਂ ਤੋਂ ਖੁਸ਼ ਨਾ ਹੋਏ ਅਤੇ ਉਹਨਾਂ ਸਾਰਿਆਂ ਨੂੰ ਉੱਥੇ ਨਸ਼ਟ ਹੋਣ ਦਿੱਤਾ? ਇਹ ਉਹਨਾਂ ਦੇ ਸ਼ਬਦਾਂ, ਵਿਸ਼ਵਾਸ ਅਤੇ ਮਾਨਸਿਕਤਾ ਦੇ ਕਾਰਨ ਸੀ, ਕਿਉਂਕਿ ਪਰਮੇਸ਼ਰ ਨੇ ਦੇਖਿਆ ਕਿ ਇਹਨਾਂ ਲੋਕਾਂ ਵਿੱਚ ਦੁੱਧ ਅਤੇ ਸ਼ਹਿਦ ਨਾਲ ਵਗਣ ਵਾਲੇ ਕਨਾਨ ਦੇਸ਼ ਨੂੰ ਪ੍ਰਾਪਤ ਕਰਨ ਯੋਗ ਵਿਸ਼ਵਾਸ ਦੀ ਸਹੀ ਮਾਨਸਿਕਤਾ ਨਹੀਂ ਸੀ, ਤਦ ਉਹ ਉਹਨਾਂ ਤੋਂ ਖੁਸ਼ ਨਹੀਂ ਹੋਏ। ਬਾਈਬਲ ਉਹਨਾਂ ਦੇ ਪ੍ਰਤੀ ਪਰਮੇਸ਼ਰ ਦੀ ਭਾਵਨਾ ਦਾ ਇਸ ਪ੍ਰਕਾਰ ਵਰਣਨ ਕਰਦੀ ਹੈ। ਇਬਰਾਨੀਓ ਅਧਿਆਇ 11 ਵਚਨ 6 ਕਹਿੰਦਾ ਹੈ, ਨੀਚਾ ਬਾਝੋ ਉਹਦੇ ਮਨ ਨੂੰ ਪਾਉਣਾ ਅਨਹੋਣਾ ਹੈ।
ਭਾਵੇਂ ਪਰਮੇਸ਼ਵਰ ਨੇ ਇਸਰਾਏਲੀਆਂ ਦੀ ਅਗਵਾਈ ਕਨਾਨ ਦੇਸ਼ ਵਿੱਚ ਕੀਤੀ, ਪਰ ਕਿਉਂਕਿ ਜਦੋਂ ਵੀ ਉਹਨਾਂ ਨੂੰ ਜੰਗਲ ਵਿੱਚ ਅਸਥਾਈ ਭੁੱਖ, ਪਿਆਸ ਅਤੇ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ, ਤਦ ਉਹ ਹਮੇਸ਼ਾ ਸ਼ਿਕਾਇਤ ਕਰਦੇ ਅਤੇ ਬੁੜਬੁੜਾਉਂਦੇ ਹੋਏ ਦੁੱਧ ਅਤੇ ਮਧੂ ਨਾਲ ਵਗਦੇ ਕਨਾਨ ਦੇਸ਼ ਬਾਰੇ ਕੀ ਕਹਿੰਦੇ ਸੀ? ਤੂੰ ਸਾਨੂੰ ਇਸ ਜਗ੍ਹਾ ਤੇ ਕਿਉਂ ਲਿਆਇਆ? ਜੋ ਲੋਕ ਬੁੜਬੁੜਾਉਂਦੇ ਹਨ ਅਤੇ ਸ਼ਿਕਾਇਤ ਕਰਦੇ ਹਨ, ਉਹ ਹਮੇਸ਼ਾ ਸ਼ਿਕਾਇਤ ਕਰਨ ਲਈ ਕੁਝ ਨਾ ਕੁਝ ਲੱਭਦੇ ਹਨ, ਭਾਵੇਂ ਉਹ ਉਹਨਾਂ ਦੀ ਸਥਿਤੀ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ। ਜੇਕਰ ਪਰਮੇਸ਼ਰ ਉਹਨਾਂ ਨੂੰ ਆਰਾਮ ਨਾਲ ਰਹਿਣ ਦਿੰਦੇ, ਤਦ ਉਹ ਪੁੱਛਦੇ, ਤੂੰ ਸਾਨੂੰ ਅਜਿਹੀ ਬੋਰਿੰਗ ਜਗ੍ਹਾ ਤੇ ਕਿਉਂ ਲਿਆਇਆ? ਜਦੋਂ ਉਹ ਕਈ ਮੁਸ਼ਕਿਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਦੇ ਸੀ, ਤਦ ਉਹ ਪੁੱਛਦੇ ਸੀ, ਤੂੰ ਸਾਨੂੰ ਇਹਨਾਂ ਸਾਰੀਆਂ ਮੁਸ਼ਕਿਲਾਂ ਵਿੱਚ ਕਿਉਂ ਪਾਇਆ? ਜਦੋਂ ਇਹ ਆਰਾਮਦਾਇਕ ਸੀ, ਤਦ ਉਹ ਬੁੜਬੁੜਾਉਂਦੇ ਸੀ ਕਿਉਂਕਿ ਇਹ ਬਹੁਤ ਆਰਾਮਦਾਇਕ ਸੀ, ਅਤੇ ਜਦੋਂ ਕੋਈ ਮੁਸ਼ਕਿਲ ਹੁੰਦੀ ਸੀ, ਤਦ ਉਹ ਇਸ ਲਈ ਬੁੜਬੁੜਾਉਂਦੇ ਸੀ ਕਿਉਂਕਿ ਇਹ ਬਹੁਤ ਮੁਸ਼ਕਿਲ ਸੀ। ਕਿਉਂਕਿ ਉਹ ਹਮੇਸ਼ਾ ਬੁੜਬੁੜਾਉਣ ਵਾਲੇ DNA ਦੇ ਨਾਲ ਰਹੇ, ਇਸ ਲਈ ਵੱਡੀ ਗਿਣਤੀ ਵਿੱਚ ਹੋਣ ਦੇ ਬਾਵਜੂਦ ਪਰਮੇਸ਼ਰ ਉਹਨਾਂ ਤੋਂ ਖੁਸ਼ ਨਾ ਹੋਏ। ਆਓ ਅਸੀਂ ਉਹਨਾਂ ਲੋਕਾਂ ਦੇ ਅੰਤਿਮ ਨਤੀਜੇ ਨੂੰ ਦੇਖੀਏ ਜਿਨ੍ਹਾਂ ਤੋਂ ਪਰਮੇਸ਼ਰ ਖੁਸ਼ ਨਹੀਂ ਸੀ। ਆਓ ਅਸੀਂ ਵਚਨ 5 ਨਾਲ ਜਾਰੀ ਰੱਖੀਏ। ਪਰੰਤੂ ਪਰਮੇਸ਼ਰ ਉਹਨਾਂ ਵਿੱਚੋਂ ਬਾਲਿਆਂ ਨਾਲ ਪ੍ਰਸੰਨ ਨਹੀਂ ਸੀ, ਸੋ ਉਹ ਉਜਾੜ ਵਿੱਚ ਢਹਿ ਪਏ। ਅਤੇ ਇਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ, ਭਾਈ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾ ਨਾ ਕਰੀਏ ਜਿਵੇਂ ਉਹਨਾਂ ਨੇ ਕਾਮਨਾ ਕੀਤੀਆਂ ਸਨ, ਅਤੇ ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਉਹਨਾਂ ਵਿੱਚੋਂ ਕਈ ਕੁ ਹੋਏ ਸਨ, ਜਿਸ ਪ੍ਰਕਾਰ ਲਿਖਿਆ ਹੋਇਆ ਹੈ, ਜੋ ਉਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ। ਅਤੇ ਨਾ ਅਸੀਂ ਹਰਾਮਕਾਰੀ ਕਰੀਏ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਕੀਤੀ, ਅਤੇ ਇੱਕੋ ਦਿਨ ਵਿੱਚ 23,000 ਜਣਿਆਂ ਦੇ 70 ਲੱਥੇ। ਅਤੇ ਨਾ ਅਸੀਂ ਪ੍ਰਭੂ ਨੂੰ ਪਰਤਾਈਏ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ। ਅਤੇ ਨਾ ਤੁਸੀਂ ਬੁੜਬੁੜ ਕਰੋ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਬੁੜਬੁੜ ਕੀਤੀ ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ। ਸੋ ਇਹ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ, ਜਿਨ੍ਹਾਂ ਉੱਤੇ ਯੁੱਗਾਂ ਦੇ ਅੰਤ ਆਣ ਪਹੁੰਚੇ ਹਨ। ਗੱਲ ਕਾਦੀ? ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ, ਸੋ ਸੁਚੇਤ ਰਹੇ, ਭਾਈ ਕਿਤੇ ਡਿੱਗ ਨਾ ਪਵੇ। ਇਹ ਸਾਰੇ ਉਦਾਹਰਨ ਉਹਨਾਂ ਦੇ ਗਲਤ ਵਿਚਾਰਾਂ ਦਾ ਨਤੀਜਾ ਸੀ। ਇਹ ਗਲਤ ਵਿਸ਼ਵਾਸ ਰੱਖਣ ਨਾਲ ਆਇਆ ਸੀ। ਅਜਿਹਾ ਇਸ ਲਈ ਸੀ ਕਿਉਂਕਿ ਪਰਮੇਸ਼ਰ ਦੀ ਆਤਮਾ ਉਹਨਾਂ ਨਾਲ ਨਹੀਂ ਸੀ, ਇਸ ਲਈ ਉਹ ਹਮੇਸ਼ਾ ਸੰਸਾਰਿਕ ਨਿਰਣਿਆਂ ਦੇ ਆਧਾਰ ਤੇ ਗਲਤ ਫੈਸਲੇ ਲੈਂਦੇ ਸੀ। ਕਿਉਂਕਿ ਅਸੀਂ ਸਵਰਗ ਵਿੱਚ ਪਾਪ ਕੀਤਾ ਸੀ ਅਤੇ ਸ਼ਰਨ-ਨਗਰ ਧਰਤੀ ਉੱਤੇ ਕੱਢ ਦਿੱਤੇ ਗਏ ਸੀ, ਤਦ ਅਸੀਂ ਇਸ ਧਰਤੀ ਉੱਤੇ ਉਹ ਸਭ ਕੁਝ ਪ੍ਰਾਪਤ ਨਹੀਂ ਕਰ ਸਕਦੇ ਜੋ ਅਸੀਂ ਚਾਹੁੰਦੇ ਹਾਂ। ਅਸੀਂ ਜੋ ਕੁਝ ਵੀ ਚਾਹੁੰਦੇ ਹਾਂ, ਉਸ ਨੂੰ ਪ੍ਰਾਪਤ ਕਰਨ ਲਈ ਸਾਨੂੰ ਸਵਰਗ ਜਾਣ ਦੀ ਜ਼ਰੂਰਤ ਹੈ। ਇਸ ਧਰਤੀ ਉੱਤੇ ਸਾਨੂੰ ਬਹੁਤ ਸਾਰੀਆਂ ਅਸੁਵਿਧਾਵਾਂ ਨੂੰ ਸਹਿਣ ਕਰਨਾ ਪੈਂਦਾ ਹੈ। ਭਾਵੇਂ ਤੁਸੀਂ ਆਰਾਮ ਨਾਲ ਜਿਉਣਾ ਚਾਹੁੰਦੇ ਹੋ, ਪਰ ਇਸ ਸੰਸਾਰ ਤੁਹਾਨੂੰ ਕਦੀ ਵੀ ਆਰਾਮ ਨਾਲ ਜਿਉਣ ਨਹੀਂ ਦੇਵੇਗਾ। ਹਮੇਸ਼ਾ ਅਜਿਹੇ ਲੋਕ ਹੋਣਗੇ ਜੋ ਤੁਹਾਨੂੰ ਸਤਾਉਣਗੇ ਅਤੇ ਤੁਹਾਡਾ ਵਿਰੋਧ ਕਰਨਗੇ। ਮੈਂ ਆਤਮਿਕ ਦ੍ਰਿਸ਼ਟੀ ਨਾਲ ਬੋਲ ਰਿਹਾ ਹਾਂ। ਸਵਰਗ ਦੇ ਰਾਜ ਵਿੱਚ ਸਾਡੀਆਂ ਸਾਰੀਆਂ ਇੱਛਾਵਾਂ ਅਤੇ ਲਾਲਸਾਵਾਂ ਪੂਰੀਆਂ ਹੋਣਗੀਆਂ। ਇਸ ਧਰਤੀ ਉੱਤੇ ਹਮੇਸ਼ਾ ਬਹੁਤ ਸਾਰੀਆਂ ਅਸੁਵਿਧਾ ਹੁੰਦੀਆਂ ਹਨ। ਬਹੁਤ ਸਾਰੀ ਜਾਇਦਾਦ ਹੋਣਾ ਵਧੀਆ ਹੋ ਸਕਦਾ ਹੈ, ਪਰ ਜੇਕਰ ਤੁਹਾਡੇ ਕੋਲ ਬਹੁਤ ਸਾਰੀ ਜਾਇਦਾਦ ਹੈ, ਤਦ ਲੁਟੇਰੇ ਉਹਨਾਂ ਦੀ ਭਾਲ ਵਿੱਚ ਹੋਣਗੇ। ਲੋਕ ਜਿਨ੍ਹਾਂ ਦੇ ਘਰ ਵਿੱਚ ਕੀਮਤੀ ਸਮਾਨ ਹੁੰਦਾ ਹੈ, ਉਹ ਬਾਹਰ ਜਾਣ ਤੇ ਹਮੇਸ਼ਾ ਚਿੰਤਿਤ ਰਹਿ ਸਕਦੇ ਹਨ। ਇੱਕ ਵਾਰ ਇੱਕ ਭਿਖਾਰੀ ਆਪਣੇ ਬੇਟੇ ਨਾਲ ਗੱਲ ਕਰ ਰਿਹਾ ਸੀ। ਇੱਕ ਵੱਡੇ ਸ਼ਾਪਿੰਗ ਮਾਲ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਕਈ ਲੋਕਾਂ ਦੀ ਮੌਤ ਹੋਈ। ਭਿਖਾਰੀ ਨੇ ਆਪਣੇ ਪੁੱਤਰ ਨੂੰ ਕਿਹਾ, ਬੇਟਾ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਆਪਣੇ ਪਿਤਾ ਦੇ ਰੂਪ ਵਿੱਚ ਪਾ ਕੇ ਤੂੰ ਕਿੰਨਾ ਖੁਸ਼ਕਿਸਮਤ ਹੈ। ਭਿਖਾਰੀ ਦੇ ਸ਼ਬਦ ਕੁਝ ਅਜਿਹੇ ਨਹੀਂ ਹਨ ਜਿਨ੍ਹਾਂ ਉੱਤੇ ਅਸੀਂ ਹੱਸ ਸਕਦੇ ਹਾਂ। ਜਿਵੇਂ ਪਹਿਲਾ ਕਰੂੰਥੀਓ ਦੀ ਕਿਤਾਬ ਵਿੱਚ ਲਿਖਿਆ ਹੈ, ਇਜ਼ਰਾਈਲੀ ਜੋ ਬੁੜਬੁੜਾਏ ਉਹ ਸਾਰੇ ਜੰਗਲ ਵਿੱਚ ਨਾਸ਼ ਕੀਤੇ ਗਏ, ਅਤੇ ਇਜ਼ਰਾਈਲੀ ਜਿਨ੍ਹਾਂ ਨੇ ਮੂਰਤੀਆਂ ਦੀ ਪੂਜਾ ਕੀਤੀ ਉਹ ਸਾਰੇ ਜੰਗਲ ਵਿੱਚ ਨਾਸ਼ ਕੀਤੇ ਗਏ। ਉਸੇ ਤਰ੍ਹਾਂ ਵਿਸ਼ਵਾਸ ਦੇ ਜੰਗਲ ਵਿੱਚ ਚੱਲਦੇ ਸਮੇਂ ਅਸੀਂ ਜੋ ਗਲਤ ਫੈਸਲੇ ਲੈਂਦੇ ਹਾਂ, ਉਹ ਅੰਤ ਵਿੱਚ ਸਾਨੂੰ ਸਦੀਪਕ ਵਿਨਾਸ਼ ਅਤੇ ਸਦੀਪਕ ਪਛਤਾਵੇ ਵੱਲ ਲਿਆਵੇਗਾ। ਅੱਜ ਆਓ ਅਸੀਂ ਇੱਕ ਸਬਕ ਨੂੰ ਇੱਕ ਵਾਰ ਫਿਰ ਆਪਣੇ ਦਿਲਾਂ ਉੱਤੇ ਉਕਾਰੀਏ। ਆਓ ਅਸੀਂ ਮੱਤੀ ਅਧਿਆਇ 25 ਉੱਤੇ ਜਾਈਏ। ਅਧਿਆਇ 25 ਵਚਨ 1।
ਉਸ ਵੇਲੇ ਸਵਰਗ ਦਾ ਰਾਜ 10 ਕੁਆਰੀਆਂ ਵਰਗਾ ਹੋਵੇਗਾ, ਜਿਹੜੀਆਂ ਆਪਣੀਆਂ ਮਸਾਲਾ ਲੈ ਕੇ ਲਾੜੇ ਦੇ ਮਿਲਣ ਨੂੰ ਨਿਕਲੀਆਂ। ਔਰ ਉਹਨਾਂ ਵਿੱਚੋਂ 5 ਤਾਂ ਮੂਰਖ ਅਤੇ 5 ਚਤਰ ਸਨ, ਕਿਉਂਕਿ ਜਿਹੜੀਆਂ ਮੂਰਖਣੀਆਂ ਸਨ ਉਹਨਾਂ ਨੇ ਆਪਣੀਆਂ ਮਸਾਲਾ ਤਾਂ ਲੈ ਲਈਆਂ, ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਚਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸਾਲਾ ਨਾਲ ਲੈ ਲਿਆ। ਤੇਲ ਕਿਸ ਨੂੰ ਦਰਸਾਉਂਦਾ ਹੈ? ਇਹ ਵਿਸ਼ਵਾਸ ਨੂੰ ਦਰਸਾਉਂਦਾ ਹੈ। ਆਓ ਅਸੀਂ ਵਚਨ 5 ਨਾਲ ਜਾਰੀ ਰੱਖੀਏ। ਅਤੇ ਜਦ ਲਾੜੇ ਨੇ ਚਿਰ ਲਾਇਆ, ਉਹ ਸਭ ਉਂਘ ਪਈਆਂ ਤੇ ਸੋ ਗਈਆਂ। ਔਰ ਅੱਧੀ ਰਾਤ ਨੂੰ ਧੂਮ ਪਈ, ਉਹ ਲਾੜਾ ਆਇਆ, ਉਹਦੇ ਮਿਲਣ ਨੂੰ ਨਿਕਲੋ। ਤਦ ਉਹਨਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀ ਮਸਾਲਾ ਤਿਆਰ ਕੀਤੀਆਂ ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ, ਕਿਉਂ ਜੋ ਸਾਡੀਆਂ ਮਸਾਲਾ ਬੁਝਦੀਆਂ ਜਾਂਦੀਆਂ ਹਨ। ਪਰ ਚਤਰਾਂ ਨੇ ਉੱਤਰ ਦਿੱਤਾ, ਨਾ ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਵੇ, ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ। ਅਤੇ ਜਦ ਉਹ ਮੁੱਲ ਲੈਣ ਗਈਆਂ, ਲਾੜਾ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਬੂਹਾ ਮਾਰਿਆ ਗਿਆ। ਔਰ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ, ਸਾਡੇ ਲਈ ਖੋਲ ਦਿਓ। ਪਰ ਉਹਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮੈਂ ਤੁਹਾਨੂੰ ਨਹੀਂ ਪਛਾਣਦਾ। ਇਸ ਕਰਕੇ ਜਾਗਦੇ ਰਹੋ, ਕਿਉਂ ਜੋ ਤੁਸੀਂ ਨਾ ਉਸ ਦਿਨ ਨਾ ਉਸ ਘੜੀ ਨੂੰ ਜਾਣਦੇ ਹੋ। ਅੰਤ ਦੇ ਦਿਨਾਂ ਵਿੱਚ 5 ਕੁਆਰੀਆਂ ਹਨ ਜਿਨ੍ਹਾਂ ਨੇ ਗਲਤ ਫੈਸਲਾ ਲਿਆ ਹੈ, ਅਤੇ 5 ਕੁਆਰੀਆਂ ਹਨ ਜਿਨ੍ਹਾਂ ਨੇ ਸਹੀ ਫੈਸਲਾ ਲਿਆ ਹੈ। 5 ਮੂਰਖ ਕੁਆਰੀਆਂ ਨੇ ਉਹ ਫੈਸਲਾ ਲਿਆ ਜਿਸ ਨਾਲ ਉਹ ਸਦਾ ਲਈ ਪਛਤਾਉਣਗੀਆਂ। ਉਹਨਾਂ ਨੇ ਸੋਚਿਆ ਹੋਵੇਗਾ ਲਾੜੇ ਦੇ ਆਉਣ ਤੇ ਤਿਆਰੀ ਕਰਨ ਵਿੱਚ ਜ਼ਿਆਦਾ ਦੇਰ ਨਹੀਂ ਲੱਗੇਗੀ, ਪਰ ਅਜਿਹਾ ਨਹੀਂ ਸੀ। ਸਾਡੇ ਵਿਸ਼ਵਾਸ ਦਾ ਤੇਲ ਹਮੇਸ਼ਾ ਭਰਿਆ ਰਹਿਣਾ ਚਾਹੀਦਾ ਹੈ। ਸਾਡੇ ਵਿਸ਼ਵਾਸ ਦਾ ਤੇਲ ਕਦੀ ਖਤਮ ਨਹੀਂ ਹੋਣਾ ਚਾਹੀਦਾ। ਕੁਝ ਮੈਂਬਰ ਅਜਿਹੇ ਹਨ ਜੋ ਇਸ ਗੱਲ ਤੋਂ ਅਣਜਾਣ ਹਨ ਕਿ ਉਹਨਾਂ ਦੇ ਵਿਸ਼ਵਾਸ ਦਾ ਤੇਲ ਖਤਮ ਹੋ ਗਿਆ ਹੈ, ਜਦ ਕਿ ਕੁਝ ਹੋਰ ਅਜਿਹੇ ਵੀ ਹਨ ਜੋ ਜਾਣਦੇ ਹਨ ਕਿ ਉਹਨਾਂ ਦੇ ਵਿਸ਼ਵਾਸ ਦਾ ਤੇਲ ਖਤਮ ਹੋ ਗਿਆ ਹੈ, ਪਰ ਸੋਚਦੇ ਹਨ ਮੈਂ ਇਸ ਨੂੰ ਬਾਅਦ ਵਿੱਚ ਤਿਆਰ ਕਰਾਂਗੀ, ਮੇਰੇ ਕੋਲ ਹਜੇ ਬਹੁਤ ਸਮਾਂ ਬਚਿਆ ਹੈ। ਇਸ ਦੇ ਬਜਾਏ ਸਾਨੂੰ ਸੋਚਣਾ ਚਾਹੀਦਾ ਹੈ, ਇਹ ਨਿਸ਼ਚਿਤ ਹੈ ਕਿ ਲਾੜਾ ਆ ਰਿਹਾ ਹੈ, ਸਾਨੂੰ ਸਹੀ ਤਰੀਕੇ ਨਾਲ ਉਹਨਾਂ ਦਾ ਸਵਾਗਤ ਕਿਵੇਂ ਕਰਨਾ ਚਾਹੀਦਾ ਹੈ। ਜੇਕਰ ਉਹ ਰਾਤ ਵਿੱਚ ਆਉਂਦਾ ਹੈ ਤਦ ਕੁਆਰੀਆਂ ਨੂੰ ਦੀਵਾ ਜਗਾਉਣਾ ਪਵੇਗਾ। ਅਜਿਹਾ ਕਰਨ ਲਈ ਉਹਨਾਂ ਕੋਲ ਕਾਫੀ ਤੇਲ ਹੋਣਾ ਚਾਹੀਦਾ ਹੈ। ਹਾਲਾਂਕਿ ਭਾਵੇਂ ਉਹਨਾਂ ਕੋਲ ਕਾਫੀ ਤੇਲ ਨਾ ਹੋਵੇ, ਉਹ ਸੋਚ ਸਕਦੇ ਹਨ ਜਦ ਲਾੜਾ ਆਵੇਗਾ ਤਦ ਮੈਂ ਇਸ ਨੂੰ ਤਿਆਰ ਕਰਾਂਗੀ। ਪਰਮੇਸ਼ਰ ਕਹਿੰਦੇ ਹਨ ਕਿ ਉਹ ਲੋਕ ਮੂਰਖ ਹਨ। ਸਾਡੀ ਆਤਮਿਕ ਸਥਿਤੀ ਲਈ ਵੀ ਅਜਿਹਾ ਹੀ ਹੈ। ਇਹਨਾਂ ਮੂਰਖ ਲੋਕਾਂ ਨੇ ਜੋ ਕੀਤਾ ਉਹ ਇੱਕ ਥੋੜੇ ਚਿਰ ਦੀ ਗਲਤੀ ਸੀ। ਜਿਸ ਕਿਸੇ ਚੀਜ਼ ਲਈ ਅਸੀਂ ਤਿਆਰੀ ਕਰਨ ਵਿੱਚ ਅਸਫਲ ਹੁੰਦੇ ਹਾਂ, ਉਹ ਸਾਨੂੰ ਸਦੀਪਕ ਪਛਤਾਵਾ ਦੇਵੇਗੀ। ਬਾਅਦ ਵਿੱਚ ਕਿਰਪਾ ਕਰਕੇ ਦਰਵਾਜ਼ਾ ਖੋਲੋ, ਇਹ ਕਹਿੰਦੇ ਹੋਏ ਭਾਵੇਂ ਉਹਨਾਂ ਨੇ ਕਿੰਨੀ ਵੀ ਜ਼ੋਰ ਨਾਲ ਦਰਵਾਜ਼ਾ ਖੜਕਾਇਆ ਹੋਵੇ, ਉਹ ਸਿਰਫ ਲਾੜੇ ਦੀ ਕਠੋਰ ਆਵਾਜ਼ ਸੁਣ ਸਕਦੇ ਸੀ, ਮੈਂ ਤੁਹਾਨੂੰ ਕਦੇ ਨਹੀਂ ਜਾਣਿਆ। ਸਾਨੂੰ ਵਿਸ਼ਵਾਸ ਹੈ ਕਿ ਮਸੀਹ ਆਨਸਾਂਗ ਹੁੰਗ ਜੀ ਜ਼ਰੂਰ ਆਉਣਗੇ। ਸਾਨੂੰ ਇਸ ਬਾਰੇ ਨਿਸ਼ਚਿਤ ਹੈ। ਅੱਜ ਆਓ ਅਸੀਂ ਇੱਕ ਵਾਰ ਫਿਰ ਵਿਚਾਰ ਕਰੀਏ ਕਿ ਮੂਰਖਤਾਪੂਰਨ ਕੰਮ ਕਰਨ ਦਾ ਕੀ ਮਤਲਬ ਹੈ ਅਤੇ ਬੁੱਧੀਮਾਨ ਕੰਮ ਕਰਨ ਦਾ ਕੀ ਮਤਲਬ ਹੈ। ਸਾਨੂੰ ਕਦੇ ਵੀ ਸੁਸਤੀ ਨਹੀਂ ਪਾਉਣੀ ਚਾਹੀਦੀ ਜਾਂ ਇੱਕ ਪਲ ਲਈ ਵੀ ਸੋਣਾ ਨਹੀਂ ਚਾਹੀਦਾ, ਅਤੇ ਨਾ ਹੀ ਸਾਡਾ ਵਿਸ਼ਵਾਸ ਠੰਡਾ ਹੋਣਾ ਚਾਹੀਦਾ ਹੈ। ਮਤੀ 25 ਵਿੱਚ ਯਿਸੂ ਨੇ ਆਪਣੀਆਂ ਸੰਤਾਨਾਂ ਨੂੰ ਜਾਗਰੂਕ ਰਹਿਣ ਦਾ ਤਰੀਕਾ ਜਾਣਨ ਦੀ ਬੁੱਧੀ ਸਿਖਾਈ ਤਾਂ ਜੋ ਉਹਨਾਂ ਨੂੰ ਕੋਈ ਪਛਤਾਵਾ ਨਾ ਹੋਵੇ। ਆਓ ਅਸੀਂ ਵਚਨ 14 ਉੱਤੇ ਜਾਈਏ। ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹਨੇ ਪਰਦੇਸ ਨੂੰ ਜਾਣ ਲੱਗਿਆ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ। ਇੱਕ ਨੂੰ 5 ਤੋੜੇ, ਦੂਏ ਨੂੰ 2 ਤੋੜੇ ਅਤੇ ਤੀਏ ਨੂੰ 1, ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ, ਤਾਂ ਪਰਦੇਸ ਨੂੰ ਚਲਿਆ ਗਿਆ। ਜਿਹਨੇ 5 ਤੋੜੇ ਲਏ ਸਨ, ਉਹਨੇ ਝੱਟ ਜਾ ਕੇ ਉਹਨਾਂ ਨਾਲ ਵਣਜ ਵਪਾਰ ਕੀਤਾ ਅਤੇ ਹੋਰ 5 ਤੋੜੇ ਕਮਾਏ। ਇਸੇ ਤਰ੍ਹਾਂ ਜਿਹਨੇ 2 ਲਏ ਸਨ, ਉਹਨੇ ਵੀ ਹੋਰ 2 ਖੱਟ ਲਏ, ਪਰ ਜਿਹਨੇ ਇੱਕੋ ਲਿਆ ਸੀ, ਉਹਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਈਏ ਨੂੰ ਲੁਕਾ ਦਿੱਤਾ। ਬਹੁਤ ਚਿਰ ਪਿੱਛੋਂ ਉਹਨਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਹਨਾਂ ਤੋਂ ਲੇਖਾ ਲੈਣ ਲੱਗਾ। ਸੋ ਜਿਹਨੇ 5 ਤੋੜੇ ਲਏ ਸਨ, ਉਹਨੇ ਕੋਲ ਆਣ ਕੇ ਹੋਰ 5 ਤੋੜੇ ਉਹਦੇ ਅੱਗੇ ਰੱਖ ਅਤੇ ਕਿਹਾ, ਸਵਾਮੀ ਜੀ, ਤੁਸੀਂ ਮੈਨੂੰ 5 ਤੋੜੇ ਸੌਂਪੇ ਸਨ, ਵੇਖੋ ਮੈਂ 5 ਤੋੜੇ ਹੋਰ ਵੀ ਖੱਟੇ। ਉਹਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ, ਸ਼ਾਬਾਸ਼ੇ, ਤੂੰ ਤਾਂ ਥੋੜੇ ਜਿਹੇ ਵਿੱਚ ਮਾਤਬਰ ਨਿਕਲਿਆ। ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦਿਆਂਗਾ, ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਅਤੇ ਜਿਹਨੇ 2 ਤੋੜੇ ਲਏ ਸਨ,
ਉਹ ਵੀ ਕੋਲ ਆਣ ਕੇ ਬੋਲਿਆ, ਸਵਾਮੀ ਜੀ ਤੁਸੀਂ ਮੈਨੂੰ 2 ਤੋੜੇ ਸੌਂਪੇ ਸਨ, ਵੇਖੋ ਮੈਂ 2 ਤੋੜੇ ਹੋਰ ਵੀ ਖੱਟੇ। ਉਹਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ, ਸ਼ਾਬਾਸ਼ੇ, ਤੂੰ ਥੋੜੇ ਜਿਹੇ ਵਿੱਚ ਮਾਤਬਰ ਨਿਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦਿਆਂਗਾ, ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਇੱਥੇ ਆਓ ਅਸੀਂ ਇੱਕ ਅਜਿਹੇ ਵਿਅਕਤੀ ਦੇ ਮਾਮਲੇ ਨੂੰ ਦੇਖੀਏ ਜਿਸ ਨੇ ਗਲਤ ਫੈਸਲਾ ਲਿਆ, ਜਿਸ ਨਾਲ ਉਸ ਨੂੰ ਸਦਾ ਲਈ ਪਛਤਾਵਾ ਹੋਇਆ। ਆਓ ਅਸੀਂ ਵਚਨ 24 ਦੇਖੀਏ। ਫਿਰ ਜਿਸ ਨੇ 1 ਤੋੜਾ ਲਿਆ ਸੀ, ਉਹ ਵੀ ਕੋਲ ਆਣ ਕੇ ਬੋਲਿਆ, ਸਵਾਮੀ ਜੀ ਮੈਂ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ, ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੇ ਵੱਢਦੇ ਹੋ, ਔਰ ਜਿੱਥੇ ਨਹੀਂ ਖਿੰਡਾਇਆ ਉੱਥੇ ਇਕੱਠਾ ਕਰਦੇ ਹੋ। ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ, ਇਹ ਆਪਣਾ ਲੈ ਲਓ। ਆਓ ਅਸੀਂ ਵਚਨ 26 ਨਾਲ ਜਾਰੀ ਰੱਖੀਏ। ਉਹਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਚਾਕਰ, ਕਿਤੇ ਜਾਣਿਆ ਭਾਈ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦਾ ਹਾਂ। ਇਸ ਲਈ ਤੈਨੂੰ ਚਾਹੀਦਾ ਸੀ ਕਿ ਮੇਰੇ ਰੁਪਏ ਸਰਾਫਾਂ ਨੂੰ ਦਿੰਦਾ, ਤਾਂ ਮੈਂ ਆਣ ਕੇ ਆਪਣਾ ਮਾਲ ਵਿਆਜਸ਼ੁਦਾ ਲੈਂਦਾ। ਸੋ ਉਹ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਹਦੇ ਕੋਲ 10 ਤੋੜੇ ਹਨ ਉਹਨੂੰ ਦਿਓ, ਕਿਉਂਕਿ ਜਿਸ ਦੇ ਕੋਲ ਕੁਝ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਉਸ ਕੋਲ ਉਹ ਜੋ ਉਸਦਾ ਹੈ ਸੋ ਵੀ ਫਿਰ ਲਿਆ ਜਾਵੇਗਾ। ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਕੋਲ ਵਿੱਚ ਕੱਢ ਦਿਓ, ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। ਜਿਸ ਨੂੰ 5 ਤੋੜੇ ਹਾਸਲ ਹੋਏ ਅਤੇ ਜਿਸ ਨੂੰ 2 ਤੋੜੇ ਹਾਸਲ ਹੋਏ, ਉਹ ਆਪਣੇ ਤੋੜਿਆਂ ਦੀ ਵਰਤੋਂ ਕਰਕੇ ਅਤੇ ਬਹੁਤ ਸਾਰੇ ਤੋੜਿਆਂ ਨੂੰ ਪੈਦਾ ਕਰਨ ਵਿੱਚ ਸਫਲ ਸੀ। ਪਰ ਜਿਸ ਨੂੰ 1 ਤੋੜਾ ਹਾਸਲ ਹੋਇਆ ਸੀ, ਉਸਨੇ ਉਸ ਨੂੰ ਲੁਕਾਇਆ। ਤੇ ਸਵਾਮੀ ਨੇ ਉਹਨਾਂ ਨੂੰ ਕੀ ਕਰਨ ਦਾ ਹੁਕਮ ਦਿੱਤਾ ਸੀ? ਉਹਨਾਂ ਨੇ ਸਪਸ਼ਟ ਰੂਪ ਨਾਲ ਕਿਹਾ ਸੀ, ਇਸ ਪੈਸੇ ਨੂੰ ਕੰਮ ਵਿੱਚ ਲਗਾਓ। ਜਦੋਂ ਤੁਸੀਂ ਇੱਕ ਸਫਲ ਕਾਰੋਬਾਰ ਚਲਾਉਂਦੇ ਹੋ, ਤਦ ਨਤੀਜਾ ਕੀ ਹੋਵੇਗਾ? ਲਾਭ ਹੁੰਦੇ ਰਹਿਣਗੇ। 5 ਤੋੜਿਆਂ ਨਾਲ ਇੱਕ ਨੇ 5 ਹੋਰ ਤੋੜੇ ਕਮਾਏ ਅਤੇ 2 ਤੋੜਿਆਂ ਨਾਲ ਦੂਸਰਿਆਂ ਨੇ 2 ਹੋਰ ਤੋੜੇ ਕਮਾਏ। ਦੂਸਰੇ ਪਾਸੇ 1 ਤੋੜੇ ਵਾਲੇ ਵਿਅਕਤੀ ਨੇ ਉਸ ਨੂੰ ਧਰਤੀ ਵਿੱਚ ਡੂੰਘਾਈ ਨਾਲ ਲੁਕਾ ਦਿੱਤਾ। ਉਸਨੇ ਇਸ ਨਾਲ ਕੁਝ ਨਹੀਂ ਕੀਤਾ। ਸਵਾਮੀ ਨੇ ਉਹਨਾਂ ਨੂੰ ਸਪਸ਼ਟ ਨਿਰਦੇਸ਼ ਵੀ ਦਿੱਤੇ ਕਿ ਕੀ ਕਰਨਾ ਹੈ। ਹਾਲਾਂਕਿ ਮਤੀ 25 ਵਿੱਚ ਪਰਮੇਸ਼ਰ ਸਾਨੂੰ ਦਿਖਾਉਂਦੇ ਹਨ ਕਿ ਜਿਸ ਨੇ 1 ਤੋੜਾ ਪ੍ਰਾਪਤ ਕੀਤਾ, ਉਸਨੇ ਸਵਾਮੀ ਦੇ ਵਚਨ ਦਾ ਪਾਲਣ ਨਹੀਂ ਕੀਤਾ ਅਤੇ ਨਤੀਜੇ ਵਜੋਂ ਉਸ ਕੋਲ ਆਪਣੇ ਫੈਸਲੇ ਉੱਤੇ ਹਮੇਸ਼ਾ ਲਈ ਪਛਤਾਉਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। ਸਾਰੇ ਲੋਕੋ, ਆਓ ਅਸੀਂ ਖੁਦ ਬਾਰੇ ਸੋਚਣ ਲਈ ਕੁਝ ਸਮਾਂ ਲਈਏ। ਜੇਕਰ ਪਰਮੇਸ਼ਵਰ ਅੱਜ ਧਰਤੀ ਉੱਤੇ ਆਉਣ, ਤਦ ਕੀ ਮੈਂ ਮੂਰਖ ਵਿਅਕਤੀ ਜਾਂ ਬੁੱਧੀਮਾਨ ਵਿਅਕਤੀ ਹੋਵਾਂਗਾ? ਕੀ ਹੁਣ ਮੈਂ ਸੋ ਰਿਹਾ ਹਾਂ, ਜੋ ਮੈਨੂੰ ਇਸ ਘੜੀ ਕੁਝ ਮਹੱਤਵਪੂਰਨ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਇਸ ਨਤੀਜੇ ਵਜੋਂ ਮੈਨੂੰ ਜੀਵਨ ਭਰ ਇਸ ਫੈਸਲੇ ਉੱਤੇ ਪਛਤਾਉਣਾ ਪਵੇਗਾ? ਸਾਨੂੰ ਇਸ ਉੱਤੇ ਧਿਆਨ ਨਾਲ ਵਿਚਾਰ ਕਰਨਾ ਚਾਹੀਦਾ ਹੈ। ਆਓ ਅਸੀਂ ਇਬਰਾਨੀ ਅਧਿਆਇ 12 ਵਚਨ 14 ਦੇਖੀਏ। ਇਬਰਾਨੀ ਅਧਿਆਇ 12 ਵਚਨ 14 ਵਿੱਚ ਇਹ ਲਿਖਿਆ ਹੈ, ਸਬਰਾਂ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤਰਤਾਈ ਦਾ ਜੀ ਦੇ ਬਿਨਾਂ ਕੋਈ ਪ੍ਰਭੂ ਨੂੰ ਨਾ ਵੇਖੇਗਾ। ਵੇਖਣਾ ਭਾਈ ਕੋਈ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਨਾ ਹੋਵੇ ਭਾਈ ਕੋਈ ਕੁੜੱਤਣ ਦੀ ਜੜ ਫੁੱਟ ਕੇ ਦੁੱਖ ਦੇਵੇ ਅਤੇ ਬਾਹਲੇ ਉਸ ਦੇ ਕਾਰਨ ਭ੍ਰਸ਼ਟ ਹੋ ਜਾਣ, ਅਤੇ ਨਾ ਕੋਈ ਭਾਈ ਕੋਈ ਹਰਾਮਕਾਰ ਅਥਵਾ ਐਸਾਓ ਵਾਂਗ ਕੁਧਰਮੀ ਹੋਵੇ, ਜਿਹਨੇ ਇੱਕ ਡੰਗ ਦੇ ਖਾਣ ਪਿੱਛੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਸੁੱਟਿਆ। ਕਿਉਂ ਜੋ ਤੁਸੀਂ ਜਾਣਦੇ ਹੋ ਭਾਈ ਮਗਰੋਂ ਜਦ ਉਹਨੇ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ ਤਾਂ ਵੀ ਉਹ ਅਪਰਵਾਨ ਹੋਇਆ, ਇਸ ਲਈ ਜੋ ਉਹਨੂੰ ਤੋਬਾ ਕਰਨ ਦਾ ਮੌਕਾ ਨਾ ਮਿਲਿਆ, ਭਾਵੇਂ ਉਹਨੇ ਹੰਝੂ ਕੇਰ ਕੇ ਉਹਨੂੰ ਭਾਲਿਆ। ਇੱਥੇ ਇਹਨਾਂ ਵਚਨਾਂ ਵਿੱਚ ਬਾਈਬਲ ਕਹਿੰਦੀ ਹੈ, ਵੇਖਣਾ ਭਾਈ ਕੋਈ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਿਆ ਨਾ ਰਹੇ। ਪਰਮੇਸ਼ਰ ਨੇ ਸਾਨੂੰ ਧਿਆਨ ਨਾਲ ਦੇਖਣ ਲਈ ਕਿਹਾ। ਸਾਨੂੰ ਜਾਂਚਣਾ ਚਾਹੀਦਾ ਹੈ ਕਿ ਅਸੀਂ ਕਿਸੇ ਮਾਰਗ ਨੂੰ ਸਿਰਫ ਇਸ ਲਈ ਟਾਲ ਰਹੇ ਹਾਂ ਕਿਉਂਕਿ ਇਹ ਥੋੜਾ ਅਸੁਵਿਧਾਜਨਕ ਹੈ। ਸਾਰੇ ਲੋਕੋ, ਆਪਣੇ ਰੋਜ਼ਾਨਾ ਜੀਵਨ ਵਿੱਚ ਅਸੀਂ ਕਈ ਵਾਰ ਦੇਖ ਸਕਦੇ ਹਾਂ ਕਿ ਲੋਕ ਆਪਣੀ ਥੋੜੀ ਚਿਰ ਦੀ ਸੁਸਤੀ ਦੇ ਕਾਰਨ ਜੀਵਨ ਭਰ ਪਛਤਾਉਂਦੇ ਹਨ। ਹਾਲਾਂਕਿ ਆਤਮਿਕ ਗੱਲਾਂ ਸਿਰਫ ਸਾਡੇ ਬਚੇ ਹੋਏ ਜੀਵਨ ਤੱਕ ਹੀ ਨਹੀਂ ਰਹਿੰਦੀਆਂ, ਉਹ ਸਦੀਪਕ ਹਨ, ਕਿਉਂਕਿ ਸਾਨੂੰ ਭਵਿੱਖ ਵਿੱਚ ਸਦਾ ਲਈ ਪੀੜਾਦਾਇਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਨੂੰ ਹਮੇਸ਼ਾ ਬਾਈਬਲ ਦੇ ਵਚਨਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਪਰਮੇਸ਼ਰ ਨੇ ਸਾਨੂੰ ਐਸੋ ਵਾਂਗ ਬਣਨ ਲਈ ਕਿਹਾ ਹੈ, ਤਾਂ ਸਾਨੂੰ ਅਜਿਹੀਆਂ ਚੀਜ਼ਾਂ ਨਹੀਂ ਹੋਣ ਦੇਣੀਆਂ ਚਾਹੀਦੀਆਂ ਜਿਨ੍ਹਾਂ ਦਾ ਸਾਨੂੰ ਪਛਤਾਵਾ ਹੋਵੇ।
ਟੋਰੇ ਮਸੂਰ ਦੀ ਦਾਲ ਸਾਡੀ ਭੁੱਖ ਨੂੰ ਇੱਕ ਪਲ ਲਈ ਸੰਤੁਸ਼ਟ ਕਰ ਸਕਦੀ ਹੈ, 팥죽 한 그릇이 말이죠. ਪਰ ਇਹ ਕਿੰਨਾ ਮੂਰਖਤਾਪੂਰਨ ਹੈ ਕਿ ਅਜਿਹੇ ਛੋਟੇ ਸਮੇਂ ਲਈ ਇਸ ਧਰਤੀ ਉੱਤੇ ਸਾਡੀ 버리고 ਅਸਥਾਈ ਭੁੱਖ 잠시 잠깐의 어떤 ਸੰਤੁਸ਼ਟ ਕਰਨ ਦਾ ਰਸਤਾ ਚੁਣ ਕੇ ਸਵਰਗ ਦੇ ਰਾਜ ਦੀ ਸਦੀਪਕ ਵਡਿਆਈ ਨੂੰ ਤਿਆਗਣਾ। 무슨 일입니까? 하나님께서 ਕੀ ਪਰਮੇਸ਼ਰ ਕੋਲ ਸਾਨੂੰ ਇਹ ਸਭ ਸਦੀਪਕ ਵਡਿਆਈ ਦੇਣ ਦੀ ਸ਼ਕਤੀ ਨਹੀਂ ਹੈ? ਪਰਮੇਸ਼ਰ ਸਾਨੂੰ ਸਭ ਕੁਝ ਦੇ ਸਕਦੇ ਹਨ। ਮੈਂ ਤੁਹਾਨੂੰ ਕਈ ਵਾਰ ਕਿਹਾ ਹੈ ਕਿ ਪਰਮੇਸ਼ਰ ਕਦੇ-ਕਦੇ ਸਾਨੂੰ ਭੁੱਖੇ ਹੋਣ ਦੇ ਕੇ ਨਿਮਰ ਕਰਦੇ ਹਨ, ਜਿਵੇਂ ਕਿ 하시는 이가 하나님, ਵਿਵਸਥਾ ਸਾਰਾ 8 ਵਿੱਚ ਲਿਖਿਆ ਹੈ। 이가 하나님이십니다. 그래서 ਇਨ੍ਹਾਂ ਸਥਿਤੀਆਂ ਵਿੱਚ ਪਰਮੇਸ਼ਰ ਹਮੇਸ਼ਾ ਮਨਾਂ ਨੂੰ ਪਰਖਦੇ ਹਨ 우리의 또 마음이 ਅਤੇ ਜਾਂਚਦੇ ਹਨ ਕਿ ਸਾਡਾ ਵਿਸ਼ਵਾਸ ਕਿੰਨਾ ਦ੍ਰਿੜ ਹੈ ਅਤੇ ਅਸੀਂ ਆਪਣੇ ਵਿਸ਼ਵਾਸ ਦੇ ਆਤਮਿਕ ਤੇਲ ਨੂੰ ਕਿੰਨੀ ਭਰਪੂਰਤਾ ਨਾਲ ਤਿਆਰ ਕੀਤਾ ਹੈ। 어떤 ਭਾਵੇਂ ਹਾਲਾਤ ਕਿਸੇ ਵੀ ਤਰ੍ਹਾਂ ਦੇ ਹੋਣ, 항상 ਸਾਡੇ ਸਾਰਿਆਂ ਕੋਲ ਇਹ ਬੁੱਧੀ ਹੋਣੀ ਚਾਹੀਦੀ ਹੈ 볼 줄 아는 ਕਿ ਅਸੀਂ ਪੂਰੀ ਦੁਨੀਆ ਨੂੰ ਵਿਸ਼ਵਾਸ ਦੇ ਨਜ਼ਰੀਏ ਨਾਲ ਦੇਖੀਏ। ਬਾਈਬਲ ਵਿੱਚ ਨਾ ਸਿਰਫ ਏਸਾਓ ਦੇ ਪਛਤਾਵੇ ਦੀ ਕਹਾਣੀ ਹੈ, ਬਲਕਿ ਯਹੂਦਾ ਇਸਕਰਿਓਤੀ ਦੇ ਪਛਤਾਵੇ ਅਤੇ ਰਾਜਾ ਸ਼ਾਉਲ ਦੇ ਪਛਤਾਵੇ ਦੀ ਵੀ ਕਹਾਣੀ ਵੀ ਹੈ। ਇੱਕ ਥੋੜੇ ਸਮੇਂ ਵਿੱਚ ਗਲਤ ਫੈਸਲਾ ਲੈਣ ਤੋਂ ਬਾਅਦ ਉਹਨਾਂ ਨੇ ਆਪਣੀ ਬਾਕੀ ਜੀਵਨ ਵਿੱਚ ਆਪਣੇ ਨਿਰਣੇ ਉੱਤੇ ਪਛਤਾਵਾ ਕੀਤਾ। ਇਸ ਲਈ ਬਾਈਬਲ ਸਾਨੂੰ ਪਹਿਲਾ ਕਰੰਥੀਓ ਅਧਿਆਇ 10 ਵਿੱਚ ਸਿਖਾਉਂਦੀ ਹੈ, 사람이 되지 말라. ਉਹਨਾਂ ਵਾਂਗ ਨਾ ਬਣੋ। ਪਰਮੇਸ਼ਰ ਸਾਨੂੰ ਇਸ ਸਿੱਖਿਆ ਲਈ ਲਗਾਤਾਰ ਜਾਗਰੂਕ ਕਰਦੇ ਹਨ। 2000 ਸਾਲ ਪਹਿਲਾਂ 믿음의 ਰਸੂਲਾਂ ਅਤੇ ਵਿਸ਼ਵਾਸ ਦੇ ਪੁਰਖਿਆਂ ਉੱਤੇ ਪਥਰਾ ਕੀਤਾ ਗਿਆ, 때로는 ਉਹਨਾਂ ਨੂੰ ਜਲਾ ਦਿੱਤਾ ਗਿਆ 때로는 ਅਤੇ ਉਹ ਸ਼ੇਰਾਂ ਦਾ ਭੋਜਨ ਬਣ ਗਏ। ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸਮੇਂ ਉਹ ਕਈ ਮੁਸ਼ਕਿਲਾਂ ਹਾਲਾਤਾਂ ਵਿੱਚ ਸੀ, ਹਾਲਾਂਕਿ ਉਹਨਾਂ ਨੇ ਕਦੇ ਵੀ ਪਰਮੇਸ਼ਰ ਉੱਤੇ ਆਪਣੇ ਵਿਸ਼ਵਾਸ ਨੂੰ ਨਹੀਂ ਛੱਡਿਆ 하나님을 포기 ਜਾਂ ਖੁਸ਼ਖਬਰੀ ਨੂੰ ਨਹੀਂ ਛੱਡਿਆ। 그런 ਅਜਿਹਾ ਇਸ ਲਈ ਸੀ ਕਿਉਂਕਿ ਉਹਨਾਂ ਕੋਲ ਵਿਸ਼ਵਾਸ ਸੀ ਕਿ ਸਵਰਗ ਦੇ ਰਾਜ ਵਿੱਚ ਵੱਡੀ ਮਹਿਮਾ ਹੋਵੇਗੀ। 믿었기 때문이죠. ਇਸ ਤਰ੍ਹਾਂ ਦੇ ਵਿਸ਼ਵਾਸ ਨਾਲ ਜੀਵਨ ਜਿਉਣਾ 보니까 ਉਹਨਾਂ ਦਾ ਜੀਵਨ ਬੇਆਰਾਮ ਸੀ ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਨਹੀਂ ਸੀ, ਪਰ ਇਹ ਉਹਨਾਂ ਲਈ ਅਸੁਵਿਧਾ ਵਾਂਗ ਨਹੀਂ ਸੀ। ਇੱਕ ਸਦੀਪਕ ਮਹਿਮਾ ਸੀ ਜੋ ਉਹਨਾਂ ਨੂੰ ਥੋੜੀ ਦੇਰ ਵਿੱਚ ਹਾਸਿਲ ਹੋਣ ਵਾਲੀ ਸੀ। 하나님 ਇਹ ਗੱਲ ਕਿ ਸਾਡੇ ਕੋਲ ਘੱਟ ਜਾਇਦਾਦ ਹੈ, ਅਸੀਂ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਹਾਂ, ਅਜਿਹੀ ਗੱਲ ਨਹੀਂ ਹੈ ਜਿਸ ਨਾਲ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। 이 땅에 ਸ਼ਾਹੀ ਜਾਜਕ ਦੇ ਰੂਪ ਵਿੱਚ ਇੱਕ ਵਡਿਆਈ ਭਰਿਆ ਮੁਕਟ ਹੈ 불편하지 않고 말이죠. 남들 ਜੋ ਸਾਡੇ ਲਈ ਸਵਰਗ ਦੇ ਰਾਜ ਵਿੱਚ ਰਾਖਵਾਂ ਹੈ, 위해서 그것이 ਜਿਸ ਨੂੰ ਪਰਮੇਸ਼ਰ ਸਾਨੂੰ ਪ੍ਰਦਾਨ ਕਰਨਗੇ। 상이 아니라는 것입니다. 우리에게 ਸਾਡੇ ਕੋਲ ਇਸ ਪ੍ਰਕਾਰ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ। ਇਸੇ ਕਾਰਨ ਰਸੂਲਾਂ ਅਤੇ ਵਿਸ਼ਵਾਸ ਦੇ ਪੁਰਖਿਆਂ ਨੇ 선진들은 ਅਜਿਹੀ ਸਥਿਤੀ ਦਾ ਸਾਹਮਣਾ ਕਰਨ ਤੇ ਵੀ ਹਾਰ ਨਹੀਂ ਮੰਨੀ ਜਿੱਥੇ ਉਹ ਹਾਰ ਮੰਨ ਸਕਦੇ ਸੀ। ਬਾਈਬਲ ਦੁਆਰਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ 이 지구를 ਕਿ ਉਹਨਾਂ ਨੇ ਇਸ ਧਰਤੀ ਸ਼ਰਨ ਨਗਰ ਨੂੰ ਪਰਮੇਸ਼ਰ ਦੀ ਦੁਨੀਆ ਵਿੱਚ ਬਦਲਣ ਦੀ ਆਸ ਨਾਲ 마음으로서 ਮਿਹਨਤ ਨਾਲ ਕੰਮ ਕੀਤਾ ਅਤੇ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਦਿਲੇਰੀ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਕੇ ਸੰਸਾਰ ਦੀ ਅਗਵਾਈ ਪ੍ਰਾਸ਼ਚਿਤ ਵੱਲ ਕੀਤੀ। 우리 ਆਓ ਅਸੀਂ ਇਬਰਾਨੀਆਂ ਅਧਿਆਇ 11 ਵਿੱਚ ਇੱਕ ਹੋਰ ਵਚਨ ਦੇਖੀਏ। ਇਬਰਾਨੀਆਂ ਅਧਿਆਇ 11 ਵਚਨ 33, ਜਿਨ੍ਹਾਂ ਨੇ ਨੇਚਾ ਦੇ ਰਾਹੀਂ ਪਾਤਸ਼ਾਹੀਆਂ ਨੂੰ ਫਤਿਹ ਕੀਤਾ, ਧਰਮ ਦੇ ਕੰਮ ਕੀਤੇ, ਵਾਅਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਤਾਉ ਨੂੰ ਠੰਡਾ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿਕਲੇ। ਉਹ ਨਿਰਬਲਤਾਈ ਵਿੱਚ ਬਲੀ ਹੋਏ, ਯੁੱਧ ਵਿੱਚ ਸੂਰਮੇ ਬਣੇ, ਓਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ। ਤੀਵਿਆਂ ਨੇ ਆਪਣੇ ਮੁਰਦਿਆਂ ਨੂੰ ਫਿਰ ਜੀ ਉੱਠਿਆ ਹੋਇਆਂ ਨੂੰ ਲੱਭਿਆ। ਕਈ ਕੁ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ, ਅਤੇ ਕਈ ਕੁ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ, ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ। ਉਹ ਪਰਥਰਾਓ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਅਤੇ ਜਬਰੀ ਚੱਲਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖੱਲੜੀਆਂ ਪਹਿਨੇ ਮਾਰੇ ਫਿਰਦੇ ਰਹੇ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ। ਉਹਨਾਂ ਦਾ ਅੰਤਿਮ ਨਤੀਜਾ ਕੀ ਹੋਵੇਗਾ? ਸ਼ਾਨਦਾਰ ਸਵਰਗੀ ਮੁਕਟ ਅਤੇ ਸਵਰਗ ਤੋਂ ਸ਼ਾਨਦਾਰ ਇਨਾਮ ਉਹਨਾਂ ਨੂੰ ਦਿੱਤੇ ਜਾਣਗੇ। ਕੀ ਉਹ ਇੰਨੇ ਆਰਾਮ ਅਤੇ ਆਸ਼ੀਸ਼ਾਂ ਵਿੱਚ ਨਹੀਂ ਜੀ ਰਹੇ ਕਿ ਸਵਰਗਦੂਤ ਵੀ ਸ਼ਬਦਾਂ ਨਾਲ ਉਸ ਦਾ ਵਰਣਨ ਨਹੀਂ ਕਰ ਸਕਦੇ? ਧਰਤੀ ਉੱਤੇ ਉਹਨਾਂ ਨੂੰ ਕਈ ਵਾਰ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪਿਆ,
그리스도의 ਮਸੀਹ ਦਾ ਜੀਵਨ ਜਿਉਣ ਲਈ ਉਹਨਾਂ ਨੂੰ ਅਕਸਰ ਇਸ ਧਰਤੀ ਦੇ ਸਾਰੇ ਸੁੱਖਾਂ 즐거움들을 ਅਤੇ ਇਸ ਸੰਸਾਰ ਦੀਆਂ ਖੁਸ਼ੀਆਂ ਨੂੰ ਤਿਆਗਣਾ ਪੈਂਦਾ ਸੀ। 그렇지만 ਉਹ ਇਸ ਧਰਤੀ ਦੇ ਸੁੱਖਾਂ ਲਈ ਨਹੀਂ ਜਿਉਂਦੇ ਸੀ, ਕਿਉਂਕਿ ਉਹ ਸਿਰਫ ਉਸ ਵਡਿਆਈ ਦੀ ਉਡੀਕ ਕਰ ਰਹੇ ਸੀ ਜੋ ਸਵਰਗ ਦੇ ਰਾਜ ਵਿੱਚ ਪ੍ਰਦਾਨ ਕੀਤੀਆਂ ਜਾਣਗੀਆਂ। 바라보면서 나아갔기 ਭਾਵੇਂ ਉਹਨਾਂ ਨੂੰ ਕੋਰੜੇ ਮਾਰੇ ਗਏ, ਜੰਜੀਰਾਂ ਵਿੱਚ ਜਕੜਿਆ ਗਿਆ 옥에 갇히는 이런 ਅਤੇ ਜੇਲ੍ਹ ਵਿੱਚ ਸੁੱਟਿਆ ਗਿਆ, ਫਿਰ ਵੀ ਉਹਨਾਂ ਨੇ ਇਹ ਕਹਿ ਕੇ ਕਦੀ ਸ਼ਿਕਾਇਤਾਂ ਨਹੀਂ ਕੀਤੀਆਂ, 힘들다 ਇਹ ਮੁਸ਼ਕਿਲਾਂ ਅਤੇ ਪ੍ਰੀਖਣ ਔਖੇ ਅਤੇ ਦਰਦਨਾਕ ਹਨ। 하지 않았습니다. 이 ਉਹਨਾਂ ਨੇ ਜੋ ਦੇਖਿਆ ਉਹ ਸਵਰਗ ਦੇ ਰਾਜ ਦੀ ਵਡਿਆਈ ਸੀ। ਪਰ ਯਹੂਦਾ ਇਸਕਰੋਤੀ, 또 ਰਾਜਾ ਸਾਊਲ ਅਤੇ ਏਸਾਓ ਵਰਗੇ ਲੋਕਾਂ ਨੇ ਸਿਰਫ ਇਸ ਧਰਤੀ ਦੀ ਵਡਿਆਈ ਵੱਲ ਦੇਖਿਆ। ਆਓ ਅਸੀਂ ਖੁਦ ਦੀ ਜਾਂਚ ਕਰੀਏ 천국을 ਕਿ ਅਸੀਂ ਸਵਰਗ ਵੱਲ ਦੇਖਦੇ ਹੋਏ ਵਿਸ਼ਵਾਸ ਦੇ ਰਸਤੇ ਉੱਤੇ ਚੱਲ ਰਹੇ ਹਾਂ, ਜਾਂ ਕਿ ਅਸੀਂ ਇਸ ਧਰਤੀ ਉੱਤੇ ਜੀਵਨ ਨੂੰ ਦੇਖਦੇ ਹੋਏ ਵਿਸ਼ਵਾਸ ਦੇ ਰਸਤੇ ਉੱਤੇ ਚੱਲ ਰਹੇ ਹਾਂ। ਮੈਨੂੰ ਆਸ ਹੈ ਕਿ ਅਸੀਂ ਸਦੀਪਕ ਸਵਰਗ ਦੇ ਰਾਜ ਅਤੇ ਸਦੀਪਕ ਜੀਵਨ ਦੇ ਰਸਤੇ ਨੂੰ ਕਦੀ ਨਹੀਂ ਛੱਡਾਂਗੇ, 그 나라를 ਜਿਸ ਉੱਤੇ ਪਿਤਾ ਅਤੇ ਮਾਤਾ ਜੀ ਸਾਡੀ ਅਗਵਾਈ ਕਰ ਰਹੇ ਹਨ। ਇਸੇ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।